Hello students, in this video we are discussing about microoperation. Microoperation is an elementary operation performed with data stored in register. ਜੋ ਰਜਿਸਟਰਸ ਦੇ ਵਿੱਚ ਡਾਟਾ ਸਟੋਰ ਹੁੰਦਾ ਹੈ ਉਹਦੇ ਉੱਪਰ ਜੋ ਵੀ ਆਪਾਂ ਆਪਰੇਸ਼ਨ ਪਰਫਾਰਮ ਕਰਦੇ ਹਾਂ ਉਸ ਨੂੰ ਆਪਾਂ ਮਾਈਕਰੋ ਆਪਰੇਸ਼ਨ ਬੋਲਦੇ ਆ। ਤਾਂ ਮਾਈਕਰੋ ਆਪਰੇਸ਼ਨ 3 ਟਾਈਪਸ ਦੇ ਹੁੰਦੇ ਆ, ਅਰਥਮੈਟਿਕ ਮਾਈਕਰੋ ਆਪਰੇਸ਼ਨ, ਲੌਜਿਕ ਮਾਈਕਰੋ ਆਪਰੇਸ਼ਨ ਐਂਡ ਸ਼ਿਫਟ ਮਾਈਕਰੋ ਆਪਰੇਸ਼ਨ। First is arithmetic microoperation. The basic arithmetic microoperations are addition, subtraction, increment, decrement. ਇਸ ਤੋਂ ਇਲਾਵਾ ਹੋਰ ਵੀ arithmetic operations ਹੁੰਦੇ ਆ ਜਿਵੇਂ add with carry, subtract with borrow, transfer, ਕੋਈ ਬਿਟ ਆਪਾਂ ਟ੍ਰਾਂਸਫਰ ਕਰਨੀ ਹੈ, ਲੋਡ ਕਰਨੀ ਹੈ ਮੈਮਰੀ ਦੇ ਵਿੱਚ ਡਾਟਾ, ਇਹ ਸਾਰੇ ਕੀ ਹੁੰਦੇ ਆ arithmetic operations। ਇਸ ਤੋਂ ਬਾਅਦ ਮੈਂ ਨੀਚੇ ਟੇਬਲ ਬਣਾਇਆ ਹੋਇਆ ਜੋ ਬੇਸਿਕ arithmetic microoperations ਆਪਾਂ ਯੂਜ਼ ਕਰਦੇ ਹਾਂ। ਸਭ ਤੋਂ ਪਹਿਲਾਂ R1 R2 ਇਹਦੇ ਚ ਕੀ ਹੈ ਐਡੀਸ਼ਨ ਆਪਰੇਸ਼ਨ ਪਰਫਾਰਮ ਹੋ ਰਹੀ ਹੈ। R1 R2 ਦੇ ਕੰਟੈਂਟ ਐਡ ਹੋ ਕੇ R3 ਦੇ ਵਿੱਚ ਟ੍ਰਾਂਸਫਰ ਹੋ ਰਿਹਾ ਹੈ। R1 R2 contents of R1 R2 transfer to R3 R1 R2 ਹੋ ਕੇ ਜਿਹੜਾ R3 ਦੇ ਵਿੱਚ ਟ੍ਰਾਂਸਫਰ ਹੋ ਰਿਹਾ ਹੈ। then R2's complement R2 ਦੇ ਵਿੱਚ ਜੋ ਵੀ ਬਿਟਸ ਹੈਗੀਆਂ ਉਹਦਾ complement ਹੋਣ ਤੋਂ ਬਾਅਦ R2 ਦੇ ਵਿੱਚ ਹੀ ਟ੍ਰਾਂਸਫਰ ਹੋ ਰਿਹਾ, R2 ਦੇ ਵਿੱਚ ਹੀ ਸਟੋਰ ਹੋ ਰਿਹਾ। then seconds complement R2 complement plus 1 ਲਿਖਿਆ, plus 1 ਤੁਹਾਨੂੰ ਪਤਾ ਹੀ ਹੈ ਇਹਨੂੰ ਕਹਿੰਦੇ ਆ seconds complement। R2 ਦੇ ਵਿੱਚ ਜੋ ਵੀ ਡਾਟਾ ਉਹ second complement ਉਹਦਾ ਹੋ ਕੇ R2 ਦੇ ਵਿੱਚ ਹੀ ਸਟੋਰ ਹੋ ਰਿਹਾ। then R1 plus R2's complement plus 1 means ਕਿ ਆਪਾਂ ਸਿੰਪਲ ਸਬਟ੍ਰੈਕਸ਼ਨ ਕਰ ਰਹੇ ਹਾਂ, R1 R2 ਕਰ ਰਹੇ ਹਾਂ ਔਰ ਰਿਜ਼ਲਟ ਆਪਾਂ R3 ਦੇ ਵਿੱਚ ਸਟੋਰ ਕਰ ਰਹੇ ਹਾਂ। then R1 plus 1 means ਆਪਾਂ R1 ਵਿੱਚ ਜੋ ਵੀ ਡਾਟਾ ਉਹਨੂੰ ਆਪਾਂ 1 ਇੰਕਰੀਮੈਂਟ ਕਰ ਰਹੇ ਹਾਂ ਤੇ R1 ਦੇ ਵਿੱਚ ਸਟੋਰ ਕਰ ਰਹੇ ਹਾਂ। then decrement R1 1 means ਕਿ ਆਪਾਂ ਇੱਕ ਮਾਈਨਸ ਕਰ ਰਹੇ ਹਾਂ, ਇੱਕ ਡਿਕਰੀਮੈਂਟ ਕਰ ਰਹੇ ਹਾਂ ਔਰ R1 ਦੇ ਵਿੱਚ ਆਪਾਂ ਉਹਨੂੰ ਸਟੋਰ। then ਅਗਲੇ ਆ ਗਏ ਤੁਹਾਡੇ ਲੌਜੀਕਲ ਮਾਈਕਰੋ ਆਪਰੇਸ਼ਨਸ। ਲੌਜੀਕਲ ਮਾਈਕਰੋ ਆਪਰੇਸ਼ਨਸ ਕੀ ਹੁੰਦੇ ਆ, ਬਿਟ ਵਾਈਜ਼ ਆਪਰੇਸ਼ਨਸ ਹੁੰਦੇ ਆ। ਇਹ ਕੀ ਹੈ ਇੰਡੀਵਿਜੂਅਲ ਬਿਟਸ ਦੇ ਉੱਪਰ ਵਰਕ ਕਰਦੇ ਆ। ਮੋਸਟਲੀ ਆਪਾਂ 16 ਡਿਫਰੈਂਟ ਲੌਜਿਕ ਫੰਕਸ਼ਨਸ ਲੈਂਦੇ ਆ 2 ਬਾਈਨਰੀ ਇਨਪੁਟ ਵੇਰੀਏਬਲਸ ਉੱਪਰ। ਔਰ ਇਸ ਤੋਂ ਇਲਾਵਾ ਮੋਸਟਲੀ ਜਿਹੜੇ ਸਿਸਟਮਸ 4 ਜਿਹੜੇ ਮਾਈਕਰੋ ਆਪਰੇਸ਼ਨ ਜਿਹੜੇ ਲੌਜਿਕ ਮਾਈਕਰੋ ਆਪਰੇਸ਼ਨ ਯੂਜ਼ ਕਰਦੇ ਆ ਐਂਡ or XOR complement ਨੂੰ ਆਪਾਂ not ਵੀ ਕਹਿ ਦਿੰਦੇ ਆ। the others are created from combination of these logical operations। ਬਾਕੀ ਜਿਹੜੇ 16 ਹੁਣ ਤੁਹਾਨੂੰ ਦੱਸਿਆ 4 ਦੇ ਵਿੱਚੋਂ ਬਾਕੀ ਜਿਹੜੇ ਰਹਿ ਗਏ ਉਹ ਆਪਾਂ ਕੀ ਕਰਾਂਗੇ ਇਹਨਾਂ 4 ਮਾਈਕਰੋ ਆਪਰੇਸ਼ਨਸ ਦੋ ਹੀ ਬਣਾਵਾਂਗੇ। the list of 16 different micro operation with 2 binary variables ਜਿਹੜੇ ਮੈਂ ਬਣਾਏ ਹੋਏ ਅਗਲੀ ਸਲਾਈਡ ਦੇ ਵਿੱਚ। truth table for 16 function of 2 variables and corresponding 16 logic micro operation shown is next slide। ਜਿਹੜੇ ਹਾਂਜੀ ਇੱਥੇ ਆਪਾਂ ਕੁਝ ਲੌਜੀਕਲ ਬੇਸਿਕ ਮਾਈਕਰੋ ਆਪਰੇਸ਼ਨਸ ਕਰ ਰਹੇ ਹਾਂ। ਫਸਟ ਹੈਗਾ ਤੁਹਾਡਾ ਸਿਲੈਕਟਿਵ ਸੈਟ ਆਪਰੇਸ਼ਨ, ਇਹਨੂੰ ਆਪਾਂ OR ਆਪਰੇਸ਼ਨ ਕਹਿੰਦੇ ਆ। OR ਦੇ ਵਿੱਚ ਤੁਹਾਨੂੰ ਪਤਾ ਹੀ ਹੈ ਅਗਰ ਦੋਨੋਂ ਬਿਟਸ 0 ਹਨ ਤਾਂ ਆਉਟਪੁੱਟ 0 ਆਉਂਦੀ ਹੈ, ਇੱਕ ਵੀ ਇਨਪੁਟ 1 ਹੋਵੇ ਤਾਂ ਆਉਟਪੁੱਟ 1 ਆਉਂਦੀ ਹੈ। ਤਾਂ ਇਹਦੇ ਵਿੱਚ ਰਿਜ਼ਲਟ ਆ ਗਿਆ A ਤੇ B ਦੋਨੋਂ 0 ਹੈ ਤਾਂ ਆਉਟਪੁੱਟ 0 ਆ ਗਈ, 1 0 ਹੈ ਤਾਂ 1, 0 1 ਤਾਂ 1, ਦੋਨੋਂ 1 ਹੈ ਤਦ ਵੀ ਆਪਣੇ ਕੋਲ ਆਉਟਪੁੱਟ 1 ਆ ਰਹੀ ਹੈ। ਫਿਰ ਆ ਗਿਆ ਜੀ ਸਿਲੈਕਟਿਵ ਕੰਪਲੀਮੈਂਟ। ਸਿਲੈਕਟਿਵ ਕੰਪਲੀਮੈਂਟ ਕਿਹਨੂੰ ਕਹਿੰਦੇ, XOR ਨੂੰ ਕਹਿੰਦੇ ਆ। XOR ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਦੋਨੋਂ ਬਿਟਸ ਸੇਮ ਹੋਣ ਤਾਂ ਆਉਟਪੁੱਟ 0 ਆਉਂਦੀ ਹੈ। ਅਗਰ ਇਹ ਦੋਨੋਂ ਬਿਟਸ ਇੱਕ ਦੂਸਰੇ ਦੇ ਆਪੋਜ਼ਿਟ ਹੋਣ ਮਤਲਬ ਕਿ ਇੱਕ 1 ਇੱਕ 0 ਤਾਂ ਆਉਟਪੁੱਟ 1 ਆਏਗੀ। ਅਗਲਾ ਆ ਗਿਆ ਜੀ ਸਿਲੈਕਟਿਵ ਕਲੀਅਰ। ਇਹਦੇ ਵਿੱਚ ਕੀ ਹੁੰਦਾ ਹੈ A ਐਂਡ B ਕੰਪਲੀਮੈਂਟ। ਹੁਣ ਆਪਣੇ ਕੋਲ B ਦੀ ਵੈਲਿਊ 1 1 0 0 ਹੈ ਤਾਂ ਆਪਾਂ ਉਹਦਾ ਕੰਪਲੀਮੈਂਟ ਲੈ ਲਿਆ, ਆਪਣੇ ਕੋਲ ਆ ਗਿਆ 0 0 1 1 ਤੇ A ਦੀ ਵੈਲਿਊ ਹੈਗੀ 1 0 1 0 ਤਾਂ ਆਪਾਂ ਇਹਨਾਂ ਦੋਨਾਂ ਨੂੰ ਐਡ ਆਪਰੇਸ਼ਨ ਪਰਫਾਰਮ ਕਰਿਆ, ਆਪਣੇ ਕੋਲ ਰਿਜ਼ਲਟ ਆ ਗਿਆ 0 0 1 0। ਦੈਨ ਆ ਗਿਆ ਮਾਸਕ ਆਪਰੇਸ਼ਨ। ਮਾਸਕ ਆਪਰੇਸ਼ਨ ਮੀਨਸ A ਐਂਡ B। A and B ਤੁਹਾਨੂੰ ਪਤਾ ਹੀ ਹੈ ਕਿ ਅਗਰ ਦੋਨੋਂ ਵੈਲਿਊਜ਼ 0 ਹੈ ਤਦ ਵੀ ਆਉਟਪੁੱਟ 0 ਆਊਗੀ, ਇੱਕ ਵੀ ਇਨਪੁੱਟ 0 ਆ ਗਈ ਤਾਂ ਆਉਟਪੁੱਟ ਨੇ 0 ਆਉਣਾ। 1 0 ਆ ਗਿਆ ਤਾਂ 0 ਆ ਗਿਆ, 0 1 ਹੈ ਤਦ ਵੀ ਆਉਟਪੁੱਟ 0 ਆਊਗੀ, ਅਗਰ ਦੋਨੋਂ 1 ਹੈ ਤਾਂ ਆਉਟਪੁੱਟ ਕੀ ਆਏਗੀ 1 ਆਏਗੀ। ਐਨ ਆ ਗਿਆ ਲਾਸਟ ਆ ਗਿਆ ਕਲੀਅਰ ਆਪਰੇਸ਼ਨ। ਇਹਦੇ ਚ ਆਪਾਂ ਕੰਪੇਅਰ ਕਰ ਰਹੇ ਹਾਂ A ਤੇ B ਨੂੰ। ਅਗਰ A ਤੇ B ਸੇਮ ਹੈ ਤਾਂ ਆਉਟਪੁੱਟ 0 ਆਏਗੀ। XOR ਸੇਮ XOR ਆਪਰੇਸ਼ਨ। ਅਗਰ A ਤੇ B ਦੋਨੋਂ ਇਹਦੇ ਚ A ਤੇ B ਸੇਮ ਹੈ ਤਾਂ ਇਹਦੇ ਚ ਕੀ ਹੈ ਚਾਰੋਂ ਬਿਟਸ ਹੀ ਸੇਮ ਹੈ ਇਸ ਕਰਕੇ ਆਉਟਪੁੱਟ ਕੀ ਆ ਰਹੀ ਹੈ। ਹਾਂਜੀ ਲਾਸਟ ਸਲਾਈਡ ਦੇ ਵਿੱਚ ਆਪਾਂ ਮੇਨ ਬੇਸਿਕ ਲੌਜੀਕਲ ਫੰਕਸ਼ਨਸ ਦੇਖੇ ਤਾਂ ਬਾਕੀ ਜਿਹੜੇ 16 ਮਾਈਕਰੋ ਆਪਰੇਸ਼ਨ ਇਹਨਾਂ ਲੌਜਿਕ ਆਪਰੇਸ਼ਨਸ ਤੋਂ ਬਣਦੇ ਆ ਉਹ ਸਾਰੇ 16 ਜਿਹੜੇ ਇਸ ਟੇਬਲ ਦੇ ਵਿੱਚ ਲਿਖੇ ਹੋਏ ਆ। ਫਸਟ ਹੈਗਾ ਜੀ ਕਲੀਅਰ। ਅਗਰ ਆਪਾਂ ਸਾਰੇ ਜਿਹੜੀਆਂ ਵੈਲਿਊਜ਼ ਕਲੀਅਰ ਕਰਨੀਆਂ ਉਸ ਤੋਂ ਬਾਅਦ ਤਾਂ ਆ ਗਿਆ A ਐਂਡ B, ਫਿਰ A ਐਂਡ B ਕੰਪਲੀਮੈਂਟ, then transfer A ਸਿਰਫ ਕੰਟੈਂਟ ਆਪਾਂ ਟ੍ਰਾਂਸਫਰ ਕਰ ਰਹੇ ਹਾਂ A ਦੇ, then A complement and B, then transfer B, A XOR B, A or B, A or B ਦਾ complement means NOR ਬਣ ਗਿਆ ਤੁਹਾਡੇ ਕੋਲ।
A XOR B ਦਾ complement means X NOR आ गया, B complement, then A or B again, फिर A complement, फिर A complement or B, then A and B ਦਾ complement, ਇਹ ਤੁਹਾਡੇ ਕੋਲ NAND ਆ ਗਿਆ, then all ones ਜਦੋਂ ਆਪਾਂ ਸਾਰਿਆਂ ਨੂੰ 1 set ਕਰਨਾ ਹੈ ਤਾਂ ਇਹਦੇ ਚ ਜਿਹੜਾ F15 function ਆ ਜਾਊ। ਉਸ ਤੋਂ ਬਾਅਦ ਆ ਜਾਂਦੇ ਤੁਹਾਡੇ ਜੀ ਸ਼ਿਫਟ ਮਾਈਕਰੋ ਆਪਰੇਸ਼ਨ। ਸ਼ਿਫਟ ਮਾਈਕਰੋ ਆਪਰੇਸ਼ਨ ਤਿੰਨ ਤਰ੍ਹਾਂ ਦੇ ਹੁੰਦੇ ਆ, ਲੌਜੀਕਲ ਸ਼ਿਫਟ, ਸਰਕੂਲਰ ਸ਼ਿਫਟ ਤੇ ਅਰਥਮੈਟਿਕ ਸ਼ਿਫਟ। ਹੁਣ ਸਰਕੂਲਰ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਲੌਜੀਕਲ ਸ਼ਿਫਟ ਆਪਰੇਸ਼ਨ। ਲੌਜੀਕਲ ਸ਼ਿਫਟ ਦੇ ਵਿੱਚ ਕੀ ਹੈਗਾ, ਪਹਿਲਾਂ ਆ ਗਈ ਰਾਈਟ ਸ਼ਿਫਟ। ਰਾਈਟ ਸ਼ਿਫਟ ਦੇ ਵਿੱਚ ਆਪਾਂ ਕੀ ਕਰਨਾ ਹੈ, ਇਹਦੇ ਚ LSB ਬਿਟ ਜਿਹੜੀ ਹੈਗੀ ਹੈ ਇਹ ਆਪਾਂ ਰਾਈਟ ਸ਼ਿਫਟ ਕਰ ਰਹੇ ਹਾਂ, ਜਿਹੜੀ LSB ਬਿਟ ਹੈ ਉਹ ਆਊਟ ਮੀਨਸ ਕਿ ਬਾਹਰ ਚਲੀ ਜਾਊਗੀ, ਔਰ MSB ਬਿਟ ਤੇ ਇੱਕ ਵੈਲਿਊ ਘਟ ਜਾਣੀ ਹੈ ਕਿਉਂਕਿ ਆਪਾਂ ਅੱਗੇ ਸ਼ਿਫਟ ਕਰਤੀ ਤਾਂ ਆਪਾਂ ਇੱਥੇ ਪੁੱਟ ਕਰ ਦੇਣੀ ਹੈ 0, MSB ਬਿਟ ਦੀ ਜਗ੍ਹਾ ਤੇ ਆਪਾਂ 0 ਪੁੱਟ ਕਰ ਦੇਣੀ ਹੈ, ਔਰ ਅੱਗੇ ਬਿਟ ਸ਼ਿਫਟ ਕਰ ਦੇਣੀ ਹੈ, ਔਰ LSB ਬਿਟ ਜਿਹੜੀ ਇੱਥੇ ਲਾਸਟ ਵਾਲੀ ਬਿਟ ਹੈਗੀ ਉਹ ਕੀ ਹੈ, ਆਊਟ ਬਾਹਰ ਚਲੀ ਜਾਊਗੀ ਰਜਿਸਟਰ ਤੋਂ। ਤਾਂ ਲੈਫਟ ਸ਼ਿਫਟ ਦੇ ਵਿੱਚ ਕੀ ਕਰਨਾ ਹੈ, ਆਪਾਂ LSB ਤੇ 0 ਪੁੱਟ ਕਰਨੀ ਹੈ, ਔਰ MSB ਬਿਟ ਜਿਹੜੀ ਹੈਗੀ ਹੈ ਤੁਹਾਡੀ ਆਊਟ ਹੋ ਜਾਊਗੀ। ਇਹਦੀ ਮੈਂ ਅਗਲੀ ਸਲਾਈਡ ਦੇ ਵਿੱਚ ਐਗਜ਼ਾਮਪਲ ਵੀ ਦਿੱਤੀ ਹੋਈ, ਇਸ ਐਗਜ਼ਾਮਪਲ ਤੋਂ ਤੁਹਾਨੂੰ ਬਿਲਕੁਲ ਕਲੀਅਰ ਹੋਊਗਾ। ਰਾਈਟ ਲੌਜੀਕਲ ਸ਼ਿਫਟ ਤੇ ਲੈਫਟ ਲੌਜੀਕਲ ਸ਼ਿਫਟ ਹੈਗਾ। ਦੇਖੋ ਇਹਦੇ ਵਿੱਚ LSB ਤੇ ਆਪਾਂ 0 ਇਨਸਰਟ ਕੀਤੀ ਆ, 0 ਪੁੱਟ ਹੋ ਗਈ, ਅਗਲੀ ਬਿਟਸ ਜਿਹੜੀਆਂ ਅੱਗੇ ਸ਼ਿਫਟ ਹੋ ਗਈਆਂ, ਔਰ MSB ਬਿਟ ਦੀ ਜਗ੍ਹਾ ਜਿਹੜੀ ਹੈਗੀ ਆ MSB ਬਿਟ ਜਿਹੜੀ ਹੈਗੀ ਆ ਆਊਟ ਹੋ ਗਈ। MSB ਤੇ ਤੁਹਾਡਾ 1 ਸੀ, ਉਹ 1 ਜਿਹੜਾ ਹੈਗਾ ਆਊਟ ਹੋ ਗਿਆ। ਉਸ ਤੋਂ ਬਾਅਦ ਨੀਚੇ ਰਾਈਟ ਲੌਜੀਕਲ ਸ਼ਿਫਟ ਹੈ, ਇਹਦੇ ਵਿੱਚ ਆਪਾਂ ਕੀ ਕਰਾਂਗੇ, 0 ਕਿੱਥੇ MSB ਤੇ ਪੁੱਟ ਕਰਾਂਗੇ, ਔਰ ਜਿਹੜੀ ਤੁਹਾਡੀ LSB ਬਿਟ ਹੈਗੀ ਆ ਉਹ ਤੁਹਾਡੀ ਆਊਟ ਹੋ ਜੂਗੀ। ਉਸ ਤੋਂ ਬਾਅਦ ਆ ਗਿਆ ਸਰਕੂਲਰ ਸ਼ਿਫਟ। ਸਰਕੂਲਰ ਸ਼ਿਫਟ ਦੇ ਵਿੱਚ ਬਿਲਕੁਲ ਸਿੰਪਲ ਹੈ, ਜਿਹੜੀ MSB ਬਿਟ ਹੈ ਉਹ ਸਰਕਲ ਦੇ ਵਿੱਚ ਜਾ ਕੇ LSB ਬਣ ਜਾਣੀ ਹੈ, ਔਰ ਲੈਫਟ ਸਰਕੂਲਰ ਸ਼ਿਫਟ ਦੇ ਵਿੱਚ ਕੀ ਹੈ, LSB ਬਿਟ ਜਿਹੜੀ ਹੈਗੀ ਹੈ MSB ਬਿਟ ਬਣ ਜਾਣੀ ਹੈ। ਉਸ ਤੋਂ ਬਾਅਦ ਆ ਜਾਂਦੀ ਅਰਥਮੈਟਿਕ ਸ਼ਿਫਟ। ਅਰਥਮੈਟਿਕ ਸ਼ਿਫਟ ਇਜ਼ ਮੈਂਟ ਫॉर ਸਾਈਨਡ ਬਾਈਨਰੀ ਨੰਬਰ। ਸਾਈਨਡ ਬਾਈਨਰੀ ਨੰਬਰ ਨਾਲ ਵਾਸਤੇ ਬਣੇ ਨੇ। ਅਰਥਮੈਟਿਕ ਲੈਫਟ ਸ਼ਿਫਟ ਮਲਟੀਪਲਾਈ ਹੈ ਸਾਈਨਡ ਨੰਬਰ ਬਾਈ 2। ਜੋੜਾ ਵੀ ਨੰਬਰ ਹੈਗਾ ਉਦੋਂ ਜਦੋਂ ਆਪਾਂ ਅਰਥਮੈਟਿਕ ਲੈਫਟ ਸ਼ਿਫਟ ਕਰਦੇ ਹਾਂ ਤਾਂ ਜਿੰਨਾ ਵੀ ਨੰਬਰ ਹੋਏਗਾ, ਅਗਰ 2 ਹੈ ਤਾਂ ਮਲਟੀਪਲਾਈ ਬਾਈ 2, ਉਹਦਾ ਆਨਸਰ 4 ਆਏਗਾ। ਅਰਥਮੈਟਿਕ ਰਾਈਟ ਸ਼ਿਫਟ ਕਰਾਂਗੇ ਤਾਂ ਆਪਾਂ ਡਿਵਾਈਡ ਬਾਈ 2 ਹੋ ਜਾਊਗਾ, ਅਗਰ ਨੰਬਰ 4 ਹੈ ਤਾਂ ਡਿਵਾਈਡ ਕਰਾਂਗੇ ਉਹਨੂੰ 2 ਨਾਲ ਮੀਨਸ ਕਿ 2 ਆਨਸਰ ਆਏਗਾ। The main distinction of arithmetic shift is that it must keep the sign of number। ਇਹਦੇ ਵਿੱਚ ਕੀ ਹੈ, ਅਰਥਮੈਟਿਕ ਸ਼ਿਫਟ ਦੇ ਵਿੱਚ ਆਪਾਂ ਨੂੰ ਜਿਹੜੀ ਸਾਈਨ ਬਿਟ ਹੈਗੀ ਆ ਉਹ ਉਦਾਂ ਹੀ ਰੱਖਣੀ ਜ਼ਰੂਰੀ ਹੈ। ਉਹ ਆਪਾਂ ਅੱਗੇ ਐਗਜ਼ਾਮਪਲ ਦੇ ਵਿੱਚ ਕਰਾਂਗੇ, ਤੁਹਾਨੂੰ ਐਗਜ਼ਾਮਪਲ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਸਾਈਨ ਬਿਟ ਨੂੰ ਆਪਾਂ ਕਿਵੇਂ ਰੱਖਣਾ ਹੈ। ਆ ਤੁਹਾਡੇ ਕੋਲ ਅਰਥਮੈਟਿਕ ਸ਼ਿਫਟ ਲੈਫਟ ਹੈ। ਸ਼ਿਫਟ ਲੈਫਟ ਦੇ ਵਿੱਚ ਆਪਾਂ ਕੀ ਕੀਤਾ, LSB ਤੇ ਆਪਾਂ 0 ਪੁੱਟ ਕੀਤੀ ਔਰ ਅੱਗੇ ਬਿਟ ਸ਼ਿਫਟ ਕਰ ਦਿੱਤੀਆਂ, ਔਰ MSB ਬਿਟ ਜਿਹੜੀ ਹੈਗੀ ਆ ਆਊਟ ਹੋ ਜਾਣੀ ਹੈ। ਪਰ ਅਰਥਮੈਟਿਕ ਸ਼ਿਫਟ ਰਾਈਟ ਦੇ ਵਿੱਚ ਦੇਖੋ ਕੀ ਚੀਜ਼ ਹੈ, ਅਰਥਮੈਟਿਕ ਸ਼ਿਫਟ ਰਾਈਟ ਦੇ ਵਿੱਚ ਕੀ ਹੈ, MSB ਬਿਟ ਆਫ ਰਜਿਸਟਰ ਅਨਚੇਂਜ। MSB ਬਿਟ ਜਿਹੜੀ ਹੈਗੀ ਉਹ ਸਾਈਨ ਬਿਟ ਹੈ, ਉਹਨੇ ਚੇਂਜ ਨਹੀਂ ਹੋਣਾ। ਅਗਰ ਉਹ 0 ਹੈ ਤਾਂ 0 ਹੀ ਰਹੇਗੀ, ਬਾਕੀ ਬਿਟਸ ਤੁਸੀਂ ਅੱਗੇ ਸ਼ਿਫਟ ਕਰ ਦੋਗੇ, ਪਰ ਜਿਹੜੀ ਹੈਗੀ ਆ ਤੁਹਾਡੀ ਫਸਟ ਬਿਟ ਹੈ, ਜਿਹੜੀ MSB ਬਿਟ ਹੈਗੀ ਆ ਉਹ ਅਨਚੇਂਜ ਰਹੂਗੀ। ਬਾਕੀ ਬਿਟਸ ਜਿਹੜੀਆਂ ਸ਼ਿਫਟ ਹੋ ਜਾਣਗੀਆਂ। ਸ਼ਿਫਟ ਆਲ ਅਦਰ ਬਿਟਸ ਟੂ ਰਾਈਟ, ਤਾਂ ਆਪਣੇ ਕੋਲ ਡਿਵੀਜ਼ਨ ਆਫ ਅਨਸਾਈਨਡ ਨੰਬਰ ਬਾਈ 2, ਜੋ ਵੀ ਨੰਬਰ ਹੋਏਗਾ ਤੁਹਾਡਾ, ਜਿਵੇਂ 88 ਸੀ ਤਾਂ ਆਊਟਪੁੱਟ ਕੀ ਆਊਗੀ ਤੁਹਾਡੀ 44, ਮਤਲਬ ਕਿ ਡਿਵਾਈਡ ਬਾਈ 2 ਹੋ ਗਿਆ। ਔਰ ਅਰਥਮੈਟਿਕ ਸ਼ਿਫਟ ਲੈਫਟ ਚ ਕੀ ਹੋਇਆ ਸੀ, ਮਲਟੀਪਲਾਈ ਬਾਈ 2, 20 ਨੰਬਰ ਸੀ ਤਾਂ ਤੁਸੀਂ ਜਦੋਂ ਸ਼ਿਫਟਿੰਗ ਕੀਤੀ ਤੁਹਾਡੇ ਕੋਲ ਨੰਬਰ ਕੀ ਬਣ ਗਿਆ, 40 ਬਣ ਗਿਆ। ਅਰਥਮੈਟਿਕ ਸ਼ਿਫਟ ਰਾਈਟ ਦੇ ਵਿੱਚ ਤੁਹਾਡਾ ਨੰਬਰ ਡਿਵਾਈਡ ਬਾਈ 2 ਬਣਦਾ, ਪਰ ਤੁਸੀਂ ਬਸ ਇਸ ਸਰਕਲ ਜਿਹੜਾ ਆਪਾਂ ਪਹਿਲਾਂ ਲੌਜੀਕਲ ਸ਼ਿਫਟ ਕੀਤਾ ਉਹਦੇ ਨਾਲ ਸਿਰਫ ਇੱਕ ਹੀ ਡਿਫਰੈਂਸ ਹੈ ਕਿ ਇਹਦੇ ਵਿੱਚ ਜਿਹੜੀ ਅਰਥਮੈਟਿਕ ਸ਼ਿਫਟ ਰਾਈਟ ਦੇ ਵਿੱਚ ਰਾਈਟ ਮੋਸਟ ਸਿਗਨੀਫੀਕੈਂਟ ਬਿਟ ਹੈ, MSB ਬਿਟ ਹੈ, ਉਹ ਉੱਥੇ ਹੀ ਰਹਿਣੀ ਹੈ ਕਿਉਂਕਿ ਉਹ ਸਾਈਨ ਬਿਟ ਹੁੰਦੀ ਹੈ, ਉਹਨੂੰ ਤੁਸੀਂ ਨਹੀਂ ਹਿਲਾਣਾ। ਉਹਨੂੰ ਤੁਸੀਂ ਅੱਗੇ ਸ਼ਿਫਟ ਕੀਤਾ, ਅੱਗੇ ਫਿਰ ਆਪਾਂ 0 ਲਿਖਿਆ, ਪਰ 0 ਦੀ ਜਗ੍ਹਾ ਜਿਹੜੀ ਫਸਟ ਪੋਜੀਸ਼ਨ MSB ਉੱਥੇ 0 ਦੀ ਪਲੇਸ ਉਹੀ ਰਹਿਣੀ ਹੈ, ਮਤਲਬ 0 ਦੀ ਜਗ੍ਹਾ ਤੇ 0 ਹੀ ਆਣਾ। ਉਸ ਤੋਂ ਬਾਅਦ ਆ ਗਿਆ ਜੀ ਅਰਥਮੈਟਿਕ ਲੌਜਿਕ ਸ਼ਿਫਟ ਯੂਨਿਟ, ਜਿਹੜਾ ਕਿ ਸਾਰੇ ਅਰਥਮੈਟਿਕ ਲੌਜੀਕਲ ਤੇ ਸ਼ਿਫਟ ਆਪਰੇਸ਼ਨ ਪਰਫਾਰਮ ਕਰਦਾ ਹੈ। ਇਹਦੇ ਵਿੱਚ ਪਹਿਲਾਂ ਆਪਾਂ ਅਰਥਮੈਟਿਕ ਸਰਕਟ ਲਗਾਇਆ ਹੋਇਆ। ਅਰਥਮੈਟਿਕ ਸਰਕਟ ਦੇ ਵਿੱਚ ਤੁਸੀਂ ਕੀ ਹੈਗੇ ਆ, ਦੋ ਤੁਹਾਡੇ ਇਨਪੁਟਸ ਆ ਰਹੀਆਂ AI ਤੇ BI, ਜਿੰਦੇ ਤੇ ਆਪਾਂ ਆਪਰੇਸ਼ਨ ਪਰਫਾਰਮ ਕਰਨੇ ਆ। ਤੁਹਾਡੇ ਕੋਲ ਦੋ ਸਿਲੈਕਸ਼ਨ ਲਾਈਨ ਹੈ S0 ਤੇ S1, ਇੱਕ ਕੈਰੀ ਬਿਟ ਹੈ CI, ਔਰ ਨੀਚੇ ਤੁਹਾਡੇ ਕੋਲ ਕੈਰੀ ਦਾ ਜਿਹੜਾ ਹੈਗਾ ਕੈਰੀ ਦਾ ਇੰਕਰੀਮੈਂਟ ਆ ਰਿਹਾ, ਅਗਲਾ ਕੈਰੀ ਜਿਹੜਾ ਹੋਊਗਾ ਅਗਲੀ ਬਿਟ ਦਾ ਕੈਰੀ CI+1। ਜਿਹੜਾ ਲੌਜੀਕਲ ਸਰਕਟ ਹੈ ਇਹਦੇ 'ਚ ਵੀ ਦੋ ਆਪਾਂ ਇਨਪੁਟਸ ਦਿੱਤੀਆਂ ਹੋਈਆਂ AI ਤੇ BI, ਇਹਦੀ ਆਊਟਪੁੱਟ ਕੀ ਆ ਰਹੀ EI, ਔਰ ਅਰਥਮੈਟਿਕ ਸਰਕਟ ਦੀ ਆਊਟਪੁੱਟ ਕੀ ਆ ਰਹੀ ਹੈ DI,
और ये ਆਪਾਂ ਸਾਰੀਆਂ ਕਿਹਨੂੰ ਦੇ ਰਹੇ ਹਾਂ ਮਲਟੀਪਲੈਕਸਰ ਨੂੰ। ਇਸ ਤੋਂ ਇਲਾਵਾ ਮਲਟੀਪਲੈਕਸਰ ਨੂੰ ਦੋ ਹੋਰ ਇਨਪੁਟਸ ਜਾ ਰਹੀਆਂ ਸ਼ਿਫਟ ਰਾਈਟ ਤੇ ਸ਼ਿਫਟ ਲੈਫਟ। ਸ਼ਿਫਟ ਰਾਈਟ ਜਿਹੜੀ ਹੈ AI-1 ਔਰ ਸ਼ਿਫਟ ਲੈਫਟ ਜਿਹੜੀ AI+1। और मल्टीप्लैक्सर 4x1 मल्टीप्लैक्सर है तो इनू दो सिलेक्शन लाइन्स भी चाहिए। दो सिलेक्शन लाइन आप किहड़ियां लगाईयां इनू S3 ते S2 और आउटपुट आपां नूं 4x1 मल्टीप्लैक्सर है इस करके आपां नूं सिंगल आउटपुट मिलूगी। 4 इहदियां इनपुट्स हो गईयां 0 और 1 2 3। 0 आ गई तुहाडी अर्थमैटिक सर्किट तो DI, 1 आ गई तुहाडी लॉजिकल सर्किट तो 2 आ गई तुहाडी शिफ्ट राइट तो और 3 आ गई तुहाडी शिफ्ट लैफ्ट तो और आउटपुट मिल गई तुहानू FI। हुण ये वर्क किवें करदा है इहदा जिहड़ा दिस इज द फंक्शनल टेबल ऑफ अर्थमैटिक लॉजिक शिफ्ट यूनिट। इहदे देखो सब तो पहला 8 अर्थमैटिक ऑपरेशन परफॉर्म हो रहा है। अर्थमैटिक ऑपरेशन कदों परफॉर्म होने हैं जदों अपने S3 ते S2 दी वैल्यू 0 0 होगी। तो S3 ते S2 दी वैल्यू 0 0 है फर्स्ट 8 ऑपरेशंस दे टाइम। तो ਉਹਦੇ ਚ ਉਸ ਤੋਂ ਬਾਅਦ ਆਪਾਂ ਕਰ ਰਹੇ ਹਾਂ 8 ਆਪਰੇਸ਼ਨ ਪਰਫਾਰਮ ਕਰਨੇ ਦਾ। ਇਸ ਕਰਕੇ ਆਪਾਂ ਨੂੰ 3 ਵੇਰੀਏਬਲਸ ਚਾਹੀਦੇ। 3 ਵੇਰੀਏਬਲਸ ਹੋ ਗਏ ਤੁਹਾਡੇ S1 S0 ਐਂਡ Cin। ਤੁਸੀਂ 3 ਦਾ ਟੇਬਲ 3 ਵੇਰੀਏਬਲਸ ਦਾ ਟੇਬਲ ਬਣਾ ਲਿਆ 4041 0011 0011। ਦੈਨ ਕੈਰੀ ਬਿਟ ਹੋ ਗਈ ਤੁਹਾਡੇ 0101 01 ਐਂਡ 01 ਤੇ ਉਹਦੇ ਅਕੋਰਡਿੰਗਲੀ ਤੁਹਾਡੇ 8 ਅਰਥਮੈਟਿਕ ਆਪਰੇਸ਼ਨ ਪਰਫਾਰਮ ਹੋ ਰਹੇ। ਕਿਹੜੇ ਟ੍ਰਾਂਸਫਰ ਹੈ A+1 ਇੰਕਰੀਮੈਂਟ ਹੈ A+B ਐਡੀਸ਼ਨ ਹੋ ਗਈ ਤੁਹਾਡੀ A+B+1 ਐਡ ਵਿਦ ਕੈਰੀ A+B complement subtract with borrow A+B complement +1 subtraction and A-1 हो गया थोड़ा decrement A। then last again आ गया थोड़ा F equal to A means की transfer A। next आ गया जी थोड़े logical operations 4 basic logical operations। 4 basic logical operations ਲਈ ਤੁਹਾਨੂੰ S3 ਤੇ S2 ਦੀ value 0 1 ਚਾਹੀਦੀ ਹੈ। ਜੋ select lines 0 1 ਹੋਣਗੀਆਂ S3 ਦੀ ਵੈਲਿਊ 0 ਹੋਊਗੀ S2 ਦੀ ਵੈਲਿਊ 1 ਹੋਊਗੀ ਤਾਂ ਉਸ ਟਾਈਮ ਤੇ ਤੁਹਾਡੇ ਲੌਜੀਕਲ ਆਪਰੇਸ਼ਨ ਪਰਫਾਰਮ ਹੋਣਗੇ। ਤਾਂ ਲੌਜੀਕਲ ਆਪਰੇਸ਼ਨਸ ਲਈ ਤੁਹਾਨੂੰ ਦੋ ਵੇਰੀਏਬਲਸ ਚਾਹੀਦੇ ਕਿਉਂਕਿ ਜਿਹੜੇ ਲੌਜੀਕਲ ਆਪਰੇਸ਼ਨ ਹੈ 2 ਵੇਰੀਏਬਲਸ ਤੇ ਪਰਫਾਰਮ ਹੁੰਦੇ ਆ। ਆਪਾਂ ਨੂੰ ਸਿਰਫ 2 ਵੇਰੀਏਬਲਸ ਚਾਹੀਦੇ S0 ਐਂਡ S1। ਤਾਂ ਆਪਾਂ ਕੀ ਕੀਤਾ 0 0 1 1 0 1 0 1। ਇਹਦੇ ਚ ਕੈਰੀ ਨਹੀਂ ਹੁੰਦੀ ਕੈਰੀ ਬਿਟ ਇਹਦੇ ਚ ਨਹੀਂ ਹੁੰਦੀ ਇਸ ਕਰਕੇ ਆਪਾਂ ਕੈਰੀ ਬਿਟ ਦੇ ਉੱਪਰ ਡੋਂਟ ਕੇਅਰ ਲਗਾਤੇ। ਤਾਂ ਤੁਹਾਡੇ ਕੋਲ 4 ਬੇਸਿਕ ਲੌਜੀਕਲ ਆਪਰੇਸ਼ਨ ਪਰਫਾਰਮ ਹੋ ਗਏ A and B A or B and A XOR B and A complement। then अगला आ गया जी जो S3 ਤੇ S2 ਦੀ ਵੈਲਿਊ 1 0 ਹੈ S3 ਦੀ ਵੈਲਿਊ 1 ਹੈ S2 ਦੀ ਵੈਲਿਊ 0 ਹੈ। ਤਾਂ ਉਸ ਟਾਈਮ ਤੇ ਆਪਾਂ ਨੂੰ ਕੀ ਹੈ ਸ਼ਿਫਟ ਰਾਈਟ ਆਪਰੇਸ਼ਨ ਪਰਫਾਰਮ ਹੋ ਰਿਹਾ। ਉਸ ਟਾਈਮ ਤੇ ਆਪਾਂ ਨੂੰ ਕੋਈ ਬਿਟਸ ਦੀ ਲੋੜ ਨਹੀਂ ਕੋਈ ਵੇਰੀਏਬਲਸ ਦੀ ਲੋੜ ਨਹੀਂ ਨਾ S1 ਦੀ ਨਾ S0 ਦੀ ਨਾ C ਦੀ ਨਾ ਕੈਰੀ ਬਿਟ ਦੀ। ਤਾਂ ਇਸ ਕਰਕੇ ਆਪਾਂ ਸਾਰਿਆਂ ਤੇ ਕੀ ਲਗਾਤਾ ਕ੍ਰਾਸ। ਤਾਂ ਉਸ ਟਾਈਮ ਤੇ ਸ਼ਿਫਟ ਰਾਈਟ ਆਪਰੇਸ਼ਨ ਪਰਫਾਰਮ ਹੋ ਰਿਹਾ। ਉਸ ਤੋਂ ਬਾਅਦ S3 ਤੇ S2 ਦੀ ਵੈਲਿਊ ਜੋ ਦੋਨੋਂ 1 ਹੈ S3 ਦੀ ਵੈਲਿਊ 1 ਹੈ ਔਰ S2 ਦੀ ਵੈਲਿਊ 1 ਹੈਗੀ ਹੈ। ਤਾਂ ਬਾਕੀ ਸਾਰੀਆਂ ਲਾਈਨਸ ਤੇ ਆਪਾਂ ਕ੍ਰਾਸ ਲਗਾਤਾ। ਉਸ ਟਾਈਮ ਤੇ ਸ਼ਿਫਟ ਲੈਫਟ ਆਪਰੇਸ਼ਨ ਪਰਫਾਰਮ ਹੋ ਰਿਹਾ। ਤਾਂ ਇਸ ਤਰ੍ਹਾਂ ਇਹ ਤੁਹਾਡਾ ਫੰਕਸ਼ਨਲ ਟੇਬਲ ਹੈ ਤੁਹਾਨੂੰ ਸ਼ੋ ਕਰ ਰਿਹਾ ਵੀ ਕਿਵੇਂ ਤੁਹਾਡੇ ਜਿਹੜਾ ਕਿਵੇਂ ALU ਅਰਥਮੈਟਿਕ ਆਪਰੇਸ਼ਨਸ ਵੀ ਪਰਫਾਰਮ ਕਰਦਾ ਹੈ ਲੌਜੀਕਲ ਆਪਰੇਸ਼ਨ ਵੀ ਪਰਫਾਰਮ ਕਰਦਾ ਔਰ ਸ਼ਿਫਟ ਆਪਰੇਸ਼ਨ ਵੀ ਪਰਫਾਰਮ ਕਰਦਾ ਹੈਗੀ ਹੈ। ਐਕਸਪਲੇਨੇਸ਼ਨ ਇਸ ਦੀ ਮੈਂ ਅਗਲੀ ਸਲਾਈਡ ਦੇ ਵਿੱਚ ਦੇਖੋ ਲਿਖੀ ਹੋਈ ਆ। particular micro operation is selected with inputs S1 and S0। ਜਿਹੜੀਆਂ ਸਿਲੈਕਸ਼ਨ ਲਾਈਨਸ ਹੈ S1 ਤੇ S0 ਇਹਦੇ ਨਾਲ particular micro operation select ਹੋਣਗੇ। 4x1 ਮਲਟੀਪਲੈਕਸਰ ਆਪਾਂ ਇਹਦੇ ਲਗਾਇਆ ਹੋਇਆ। at the output chooses between arithmetic output ਇਹ ਜਿਹੜਾ ਮਲਟੀਪਲੈਕਸਰ ਚੂਜ਼ ਕਰੂਗਾ ਕਿ arithmetic operation perform ਹੋ ਰਿਹਾ ਹੈ ਕਿ logical operation perform ਹੋ ਰਿਹਾ ਹੈ। the data in the multiplexer are selected data ਕਿਵੇਂ select ਹੋਊਗਾ S3 ਤੇ S2 ਦੇ ਨਾਲ। the other two inputs to the multiplexer receive input AI-1 for shift right and AI+1 for shift left। ਹੁਣ ਡਾਇਗਰਾਮ ਦੇ ਵਿੱਚ ਕੀ ਹੈ ਦੇਖੋ ਆਪਣੇ ਕੀ ਹੈਗੀ ਹੈ the output carry CI+1 of given arithmetic stage must be connected to input carry CI of the next stage in the sequence। means कि carry next bit ਲਈ ਤੁਹਾਡਾ ਜਾਈ ਜਾਊਗਾ। the input carry to first stage is input carry Cin which provide a selection variable for arithmetic operation। the circuit whose one stage is specified in the figure provide 8 arithmetic operation। ਜਿਹੜਾ ਤੁਹਾਡੀ ਫਿਗਰ ਹੈ ਇਹਦੇ ਚ 8 arithmetic operation ਆਪਾਂ ਦੇਖੇ ਸੀ 4 logical operation and 2 shift operation। each operation is selected with 5 variables ਨਾਲ ਇਹ ਜਿਹੜਾ ਬੰਨੇ ਆ S3 S2 S1 S0 and Cin। the input carry Cin used for selecting an arithmetic operation ਜਿਹੜਾ carry ਹੈ ਉਹ ਸਿਰਫ arithmetic operation ਵਿੱਚ use ਹੋਊਗਾ। the table lists the 14 operation of ALU। ਫਸਟ 8 ਜਿਹੜੇ ਹੈਗੇ arithmetic operation ਆ ਗਏ ਇਹ ਕਿਹਦੇ ਨਾਲ ਹੋਣੇ ਆ ਜਦੋਂ S3 ਤੇ S2 ਦੀ ਵੈਲਿਊ 0 0 ਹੋਊਗੀ। next 4 logical operation are selected when S3 S2 0 1। the input carry has no effect ਇਸ ਟਾਈਮ ਤੇ carry ਦੀ ਆਪਾਂ ਨੂੰ ਕੋਈ ਲੋੜ ਨਹੀਂ ਤਾਂ ਆਪਾਂ carry ਤੇ ਕੀ ਕਰਾਂਗੇ ਡੋਂਟ ਕੇਅਰ
ਜਿਹੜੇ ਹੈਗੇ ਆ ਮਾਰਕ ਕਰ ਦਾਂਗੇ। The last two operations are shift operations are selected with S2 and S2 S3 and S2 ਦੀ value 1 0 and 1 1 ਹੋਗੀ। The other three selection input have no effect, ਬਾਕੀ selection input ਦਾ ਇਸ shift operations ਤੇ ਕੋਈ ਵੀ effect ਨਹੀਂ ਪਊਗਾ। ਥੈਂਕਸ। ਅਗਰ ਕਿਸੇ ਨੂੰ ਕਿਸੇ ਸਟੂਡੈਂਟ ਨੂੰ ਕੋਈ ਵੀ ਇਸ ਟੌਪਿਕ ਦੇ ਵਿੱਚ ਪ੍ਰੋਬਲਮ ਹੈ ਤਾਂ ਤੁਸੀਂ ਮੈਨੂੰ ਪਰਸਨਲੀ ਕਾਲ ਕਰਕੇ ਪੁੱਛ ਸਕਦੇ ਹੋ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ।